टीचर साहबान ਅਤੇ प्यारे विद्यार्थियों, मैं योगेश चौहान ਮੈਂਬਰ ਈ ਸਕੂਲ ਕੁਇਜ਼ ਟੀਮ ਪੰਜਾਬ ਇਸ ਕੰਪਿਊਟਰ ਕੋਰਸ ਦੇ ਇੰਟਰੋਡਕਟਰੀ ਵੀਡੀਓ ਵਿੱਚ ਸਾਰਿਆਂ ਦਾ ਸਵਾਗਤ ਕਰਦਾ ਹਾਂ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਈ ਸਕੂਲ ਕੁਇਜ਼ ਟੀਮ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇ ਕੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਦੀ ਆ ਰਹੀ ਹੈ। ਇਸ ਨੂੰ ਜਾਰੀ ਰੱਖਦੇ ਹੋਏ ਈ ਸਕੂਲ ਕੁਇਜ਼ ਟੀਮ ਇੱਕ ਨਵਾਂ ਪ੍ਰੋਜੈਕਟ ਮਿਤੀ 5 ਸਤੰਬਰ 2020 ਅਧਿਆਪਕ ਦਿਵਸ ਦੇ ਮੌਕੇ 'ਤੇ ਕੰਪਿਊਟਰ ਕੋਰਸ ISO ਸਰਟੀਫਾਈਡ 120 ਘੰਟੇ ਦਾ ਕੋਰਸ ਲਾਂਚ ਕਰ ਰਹੀ ਹੈ। ਇਹ ਕੰਪਿਊਟਰ ਕੋਰਸ 6ਵੀਂ ਤੋਂ 12ਵੀਂ ਤੱਕ ਦੇ ਜਮਾਤਾਂ ਲਈ ਹੋਵੇਗਾ। ਜੋ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ, ਸਿਰਫ ਉਹਨਾਂ ਲਈ ਹੀ ਹੋਵੇਗਾ। ਇਸ ਕੋਰਸ ਦੀਆਂ ਕੁਝ ਖਾਸ ਨੁਕਤੇ ਇਸ ਤਰੀਕੇ ਨਾਲ ਹਨ। ਇਹ ਕੋਰਸ ਬਿਲਕੁਲ ਮੁਫਤ ਹੋਵੇਗਾ। ਕਿਸੇ ਵਿਦਿਆਰਥੀ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਕੋਰਸ ਖਤਮ ਹੋਣ 'ਤੇ ਉਸ ਨੂੰ ਇੱਕ ISO ਸਰਟੀਫਾਈਡ ISO ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ ਤੋਂ ਸਰਟੀਫਿਕੇਟ ਦਿੱਤਾ ਜਾਵੇਗਾ। ਇਹ ਸਰਟੀਫਿਕੇਟ 120 ਘੰਟਿਆਂ ਦਾ ਕੰਪਿਊਟਰ ਕੋਰਸ ਦਾ ਹੋਵੇਗਾ। ਕੋਈ ਵੀ ਨੌਕਰੀ ਪ੍ਰਾਪਤ ਕਰਨ ਲਈ ਦੋ ਚੀਜ਼ਾਂ ਦੀ ਮੇਨ ਜ਼ਰੂਰਤ ਹੁੰਦੀ ਹੈ। ਇੱਕ ਤਾਂ ਗ੍ਰੈਜੂਏਸ਼ਨ ਅਤੇ ਦੂਜਾ ਉਸਨੇ 120 ਘੰਟੇ ਦਾ ਕੰਪਿਊਟਰ ਦਾ ਕੋਰਸ ਕੀਤਾ ਹੋਵੇ। ਤਾਂ ਇਹ ਜੋ ਕੋਰਸ ਹੈ ਉਸ ਦੇ ਬਰਾਬਰ ਦਾ ਹੋਵੇਗਾ ਵੀ ਬੱਚਾ ਕਿਸੇ ਵੀ ਜਾਂ ਵਿਦਿਆਰਥੀ ਕਿਸੇ ਵੀ ਇੰਸਟੀਟਿਊਟ ਦੀ ਜਗ੍ਹਾ ਤੋਂ ਕਰਨ ਦੀ ਜਗ੍ਹਾ 'ਤੇ ਈ ਕੁਇਜ਼ ਸਕੂਲ ਤੋਂ ਜੇ ਕਰੇਗਾ ਤਾਂ ਉਹ ਮੁਫਤ ਵਿੱਚ ਇਹ ਕੋਰਸ ਪ੍ਰਾਪਤ ਕਰ ਲਵੇਗਾ। ਇਸ ਦੇ ਨਾਲ ਹੀ ਉਸ ਨੂੰ ਇਹ ਕੋਰਸ ਕੰਪਲੀਟ ਹੋਣ 'ਤੇ ਕੰਪਿਊਟਰ ਦਾ ਕਾਫੀ ਗਿਆਨ ਹੋ ਜਾਵੇਗਾ ਅਤੇ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕੰਪਿਊਟਰ ਦੇ ਵਿੱਚ ਜੋ ਹੋਣ ਵਾਲੀਆਂ ਚੀਜ਼ਾਂ ਹਨ ਉਹ ਵੀ ਸਿੱਖ ਜਾਵੇਗਾ। ਇਹ ਕੋਰਸ ਕੰਪਿਊਟਰ ਕੋਰਸ YouTube ਦੇ ਵਿੱਚ ਟੌਪਿਕ ਵਾਈਜ਼ ਪੜ੍ਹਾਇਆ ਜਾਵੇਗਾ। ਆਓ ਦੇਖਦੇ ਹਾਂ ਇਸ ਦਾ ਸਿਲੇਬਸ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਇਸ ਦਾ ਸਿਲੇਬਸ ਹੈ। ਇਸ ਨੂੰ ਪ੍ਰੈਕਟੀਕਲੀ ਅਤੇ ਥਿਓਰੈਟੀਕਲ ਦੋਨਾਂ ਸੈਕਸ਼ਨ ਦੇ ਵਿੱਚ ਵੰਡਿਆ ਗਿਆ ਹੈ। ਜ਼ਿਆਦਾਤਰ ਪ੍ਰੈਕਟੀਕਲੀ ਸੈਕਸ਼ਨ ਹੀ ਰੱਖਿਆ ਗਿਆ ਹੈ ਤਾਂ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਹੋ ਸਕੇ। ਇਹ ਪਹਿਲਾ ਕੰਪਿਊਟਰ ਨਾਲ ਜਾਣ ਪਛਾਣ, ਇਹ ਥਿਊਰੀ ਸੈਕਸ਼ਨ ਹੈ। ਤੁਸੀਂ ਦੇਖ ਸਕਦੇ ਹੋ ਕੰਪਿਊਟਰ ਸੰਬੰਧੀ ਮੁੱਢਲੀ ਜਾਣਕਾਰੀ, ਕੰਪਿਊਟਰ ਦੀ ਪਰਿਭਾਸ਼ਾ, ਕੰਪਿਊਟਰ ਦੇ ਗੁਣ, ਇਹ ਥਿਊਰੀ ਸੈਕਸ਼ਨ ਹੈ। ਉਸ ਤੋਂ ਬਾਅਦ ਕਲਾਸੀਫਿਕੇਸ਼ਨ ਆਫ ਕੰਪਿਊਟਰ, ਮਾਈਕਰੋ, ਮਿਨੀ ਫਰੇਮ, ਸੁਪਰ ਕੰਪਿਊਟਰ, ਇਹ ਉਸ ਦੇ ਵਰਗੀਕਰਨ ਹੋ ਚੁੱਕੇ ਹਨ। ਇਹ ਥਿਊਰੀ ਸੈਕਸ਼ਨ ਹੈ। ਇਹ ਸਾਰੇ ਦਾ ਸਾਰਾ ਥਿਊਰੀ ਸੈਕਸ਼ਨ ਹੈ। ਇਸ ਦੇ ਅੱਗੇ ਕੰਪਿਊਟਰ ਸਿਸਟਮ, ਹਾਰਡਵੇਅਰ, ਸੌਫਟਵੇਅਰ, ਮੈਮਰੀ, ਹਾਰਡਵੇਅਰ ਡਿਟੇਲ, ਕੀ ਹਾਰਡਵੇਅਰ ਕੰਪਿਊਟਰ ਵਿੱਚ ਹੁੰਦੇ ਹਨ ਉਸ ਨੂੰ ਵੰਡ ਦਿੱਤਾ ਗਿਆ ਹੈ ਇਨਪੁਟ ਡਿਵਾਈਸ ਦੇ ਵਿੱਚ, ਆਊਟਪੁੱਟ ਡਿਵਾਈਸ ਦੇ ਵਿੱਚ। ਫਿਰ ਇਸ ਦੇ ਕੀਬੋਰਡ, ਮਾਊਸ। ਇਸ ਥਿਊਰੀ ਸੈਕਸ਼ਨ ਵਿੱਚ ਇਸ ਹਰ ਇੱਕ ਹਾਰਡਵੇਅਰ ਦੀ ਜੋ ਡੈਫੀਨੇਸ਼ਨ ਹੋਗੀ ਅਤੇ ਉਸ ਦੀ ਜੋ ਕਾਰਜਸ਼ੈਲੀ ਹੋਗੀ ਉਹ ਦੱਸੀ ਜਾਵੇਗੀ। ਇਸ ਦੇ ਨਾਲ ਹੀ ਅੱਗੇ ਸੌਫਟਵੇਅਰ ਆ ਗਿਆ, ਸਿਸਟਮ ਸੌਫਟਵੇਅਰ ਹੋ ਗਿਆ, ਐਪਲੀਕੇਸ਼ਨ ਸੌਫਟਵੇਅਰ ਹੋ ਗਿਆ ਅਤੇ ਫਰਮਵੇਅਰ ਹੋ ਗਿਆ। ਇਹ ਸਾਰੇ ਦਾ ਸਾਰਾ ਇਹਨਾਂ ਸਾਰਾ ਸੈਕਸ਼ਨ ਜੋ ਹੈ ਇਹ ਥਿਓਰੈਟੀਕਲ ਪਾਰਟ ਹੈ, ਮਤਲਬ ਥਿਓਰੈਟੀਕਲ ਪਾਰਟ। ਇਸ ਤੋਂ ਅੱਗੇ ਇਸ ਦੇ ਵਿੱਚ ਪ੍ਰੈਕਟੀਕਲ ਸੈਕਸ਼ਨ ਸ਼ੁਰੂ ਹੋ ਚੁੱਕਾ ਹੈ। ਦੇਖੋ, ਜਿਵੇਂ ਕੰਪਿਊਟਰ ਦੇ ਭਾਗਾਂ ਬਾਰੇ ਜਾਣਕਾਰੀ। ਵੈਸੇ ਤਾਂ ਇਹ ਥਿਊਰੀ ਦਾ ਪਾਰਟ ਹੈ, ਬਟ ਐਕਚੁਅਲ ਦੇ ਵਿੱਚ ਕਿਹੜੇ ਭਾਗ ਜੋ ਹਨ ਵੀ ਕੰਪਿਊਟਰ ਦੇ ਵਿੱਚ ਜੋ ਨਾਲ ਲੱਗੇ ਹੁੰਦੇ ਹਨ ਅਤੇ ਕਿਵੇਂ ਉਹ ਕੰਮ ਕਰਦੇ ਹਨ ਉਹ ਚੀਜ਼ ਸਿਖਾਈ ਜਾਵੇਗੀ। ਕੰਪਿਊਟਰ ਇਹ ਪ੍ਰੈਕਟੀਕਲ ਪਾਰਟ ਸ਼ੁਰੂ ਹੋ ਚੁੱਕਾ ਹੈ। ਕੰਪਿਊਟਰ ਸਟਾਰਟ ਕਰਨਾ, ਸ਼ਟ ਡਾਊਨ ਕਰਨਾ, ਇਹ ਜੋ ਹੈ ਇਹ ਜੋ ਮਤਲਬ 6ਵੀਂ ਦੇ ਵਿੱਚ ਜੋ ਬੱਚੇ ਪੜ੍ਹਦੇ ਹਨ, ਜੋ ਸਿੱਖਿਆ ਵਿਭਾਗ ਵੱਲੋਂ ਜੋ ਕਿਤਾਬ ਲਗਾਈ ਗਈ ਹੈ ਉਸ ਨੂੰ ਵੀ ਦੇਖ ਕੇ ਡਿਜ਼ਾਈਨ ਕੀਤਾ ਗਿਆ ਕਿ ਬੱਚਾ ਸ਼ੁਰੂ ਤੋਂ ਬਿਲਕੁਲ ਸ਼ੁਰੂ ਚੱਲੇ। ਇਹ ਫਸਟ ਸਟੈਪ ਹੈ, ਮਤਲਬ ਜਿਵੇਂ ਉਸਨੇ ਕੰਪਿਊਟਰ ਕਿਵੇਂ ਚਾਲੂ ਕਰਨਾ ਹੈ ਉਸ ਤੋਂ ਪ੍ਰੈਕਟੀਕਲੀ ਉਸ ਨੂੰ ਕਰਕੇ ਦਿਖਾਇਆ ਜਾਵੇਗਾ। ਸੈਕਿੰਡ, ਅਲੱਗ-ਅਲੱਗ ਕੰਪਿਊਟਰਸ, ਮਾਈਕਰੋ, ਮਿਨੀ ਫਰੇਮ ਕੰਪਿਊਟਰ, ਇਹਨਾਂ ਦੀ ਕਾਰਜਸ਼ੈਲੀ ਬਾਰੇ ਦੱਸਿਆ ਜਾਵੇਗਾ। ਹਾਰਡਵੇਅਰ
ਹਾਰਡਵੇਅਰ, ਇਨਪੁਟ ਡਿਵਾਈਸ, ਆਊਟਪੁੱਟ ਡਿਵਾਈਸ, ਜਿਵੇਂ ਕੀਬੋਰਡ ਹੋ ਗਿਆ, ਮਾਊਸ ਹੋ ਗਿਆ। ਕੀਬੋਰਡ ਕਿਵੇਂ ਕੰਮ ਕਰਦਾ ਹੈ, ਕਈ ਵਾਰ ਬੱਚਿਆਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਬੈਕ ਸਪੇਸ ਤੇ ਡਿਲੀਟ ਦੇ ਵਿੱਚ ਫ਼ਰਕ ਕੀ ਹੈ। ਹਰ ਇੱਕ ਕੀਬੋਰਡ ਦੇ ਹਰ ਇੱਕ ਬਟਨ ਦੀ ਪੂਰੀ ਮਤਲਬ ਉਸ ਦੀ ਕੰਮ ਕਰਕੇ ਆਨਲਾਈਨ ਲੈਕਚਰ ਤਿਆਰ ਕਰਕੇ ਉਸ ਨੂੰ ਸਿਖਾਇਆ ਜਾਵੇਗਾ। ਇਸ ਦੇ ਅੱਗੇ ਇਹ ਆਊਟਪੁੱਟ ਡਿਵਾਈਸ ਦੇ ਆ ਗਏ ਹਨ। ਨੈਕਸਟ ਟੌਪਿਕ ਸਿਸਟਮ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ, ਯੂਟਿਲਿਟੀ ਸੌਫਟਵੇਅਰ। ਇਸ ਬਾਰੇ ਦੱਸਿਆ ਜਾਵੇਗਾ ਪ੍ਰੈਕਟੀਕਲੀ ਕਿਵੇਂ ਉਹ ਕੰਮ ਕਰਦੇ ਹਨ, ਕਿਵੇਂ ਕਿਵੇਂ ਵਰਕ ਹੁੰਦਾ ਹੈ। ਇੱਥੇ ਤੱਕ ਇੱਕ ਸੈਕਸ਼ਨ ਕੰਪਲੀਟ ਹੋ ਚੁੱਕਾ ਹੈ, ਇੱਥੋਂ ਤੱਕ ਤੁਸੀਂ ਦੇਖੋਗੇ ਇਹ ਫਸਟ ਟੌਪਿਕ ਸੀ ਜੋ ਆਪਣਾ ਕੰਪਿਊਟਰ ਦਾ ਜਾਣ ਪਛਾਣ, ਇਸ ਦਾ ਥਿਓਰੀ ਸੈਕਸ਼ਨ। ਇਸ ਦੇ ਥਿਓਰੀ ਸੈਕਸ਼ਨ ਵਿੱਚ ਇਹ ਸਾਰੇ ਟੌਪਿਕ ਸੀ। ਫਿਰ ਇਸ ਤੋਂ ਬਾਅਦ ਇਸ ਦਾ ਪ੍ਰੈਕਟੀਕਲ ਸੈਕਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਉਸ ਦੀ ਵਰਕ, ਜਿਵੇਂ ਪ੍ਰਿੰਟਰ ਕਿਵੇਂ ਪ੍ਰਿੰਟਰ ਹੋ ਗਿਆ, ਪ੍ਰਿੰਟਰ ਕਿਵੇਂ ਪ੍ਰਿੰਟ ਆਊਟ ਕੱਢੇਗਾ, ਉਹ ਪ੍ਰੈਕਟੀਕਲੀ ਸਿਖਾਇਆ ਜਾਵੇਗਾ। ਉਸ ਦੀ ਵੀਡੀਓ ਜੋ ਹੋਗੀ ਵੀ ਵੀਡੀਓ ਬਣਾ ਕੇ ਵਿਦਿਆਰਥੀ ਨੂੰ ਦੱਸੀ ਜਾਵੇਗੀ ਵੀ ਇਸ ਤਰੀਕੇ ਨਾਲ ਪ੍ਰਿੰਟ ਆਊਟ ਨਿਕਲੇਗਾ। ਨੈਕਸਟ ਜੋ ਟੌਪਿਕ ਆ ਗਿਆ ਹੈ ਉਹ ਕੰਪਿਊਟਰ ਆਰਗੇਨਾਈਜੇਸ਼ਨ ਦਾ ਆ ਗਿਆ ਹੈ। ਇਹ ਥਿਓਰੀ ਪਾਰਟ ਹੈ ਸਾਰੇ ਦਾ ਸਾਰਾ। ਬਾਕੀ ਹਰ ਜਿੰਨੇ ਵੀ ਸੈਕਸ਼ਨ ਹੈ ਦੋਨਾਂ ਦੇ ਵਿੱਚ ਥਿਓਰੀ ਤੇ ਪ੍ਰੈਕਟੀਕਲ ਦੋਨੋਂ ਸੈਕਸ਼ਨ ਰੱਖਿਆ, ਬਟ ਇਸ ਦਾ ਕੋਈ ਪ੍ਰੈਕਟੀਕਲੀ ਵਰਕ ਨਹੀਂ ਹੋ ਸਕਦਾ ਸੀਗਾ, ਇਸ ਲਈ ਇਸ ਨੂੰ ਸਿਰਫ ਥਿਓਰੀ ਪਾਰਟ ਰੱਖਿਆ ਗਿਆ ਹੈ। ਬਲੌਕ ਡਾਇਗਰਾਮ ਕੰਪਿਊਟਰ ਦੀ, ਕੰਪਿਊਟਰ ਮੈਮਰੀ, ਬਾਈਨਰੀ ਸਿਸਟਮ, ਆਸਕਾਈ ਕੋਡ, ਡੈਸੀਮਲ ਟੂ ਬਾਈਨਰੀ ਕਨਵਰਜ਼ਨ, ਬਾਈਨਰੀ ਟੂ ਡੈਸੀਮਲ ਕਨਵਰਜ਼ਨ, ਬਾਈਟ, ਕਿਲੋਬਾਈਟ, ਮੈਗਾਬਾਈਟ, ਟੈਰਾਬਾਈਟ, ਮੈਮਰੀ ਸਾਈਜ਼ ਬਾਰੇ ਦੱਸਿਆ ਜਾਵੇਗਾ। ਰੈਮ, ਰੋਮ, ਸੈਕੰਡਰੀ ਮੈਮਰੀ, ਪ੍ਰਾਇਮਰੀ ਮੈਮਰੀ, ਲੋ ਲੈਵਲ, ਮਿਡਲ ਲੈਵਲ, ਹਾਈ ਲੈਵਲ, ਲੈਂਗੁਏਜ, ਕੰਪਾਈਲਰ, ਇੰਟਰਪ੍ਰੇਟਰ। ਇਹ ਸਾਰਾ ਸੈਕਸ਼ਨ ਜੋ ਹੈ, ਇਹ ਸਾਰੇ ਦਾ ਸਾਰਾ ਸੈਕਸ਼ਨ ਜੋ ਹੈ ਇਹ ਥਿਓਰੈਟੀਕਲ ਸੈਕਸ਼ਨ ਹੈ। ਇਸ ਵਿੱਚ ਕੋਈ ਪ੍ਰੈਕਟੀਕਲ ਨਹੀਂ ਹੋ ਸਕਦਾ, ਇਸ ਲਈ ਇਸ ਨੂੰ ਥਿਓਰੈਟੀਕਲ ਰੱਖਿਆ ਗਿਆ ਹੈ। ਇਹ ਜੋ ਪਾਰਟ ਹੈ ਮਲਟੀਮੀਡੀਆ ਗ੍ਰਾਫਿਕਸ, ਇਸ ਪਾਰਟ ਦੇ ਵਿੱਚ ਆਪਾਂ ਪ੍ਰੈਕਟੀਕਲ ਦੀ ਵੀਡੀਓਜ਼ ਤਿਆਰ ਕੀਤੀਆਂ ਜਾ ਸਕਦੀਆਂ, ਦੱਸਿਆ ਜਾ ਸਕਦਾ ਵਿਦਿਆਰਥੀ ਨੂੰ ਵੀ ਕਿਸ ਤਰੀਕੇ ਨਾਲ ਕੀ ਚੀਜ਼ਾਂ ਹਨ। ਨੈਕਸਟ ਟੌਪਿਕ ਜੋ ਆਪਣਾ ਹੈ, ਇਹ ਦੋ ਟੌਪਿਕ ਇੱਥੇ ਖਤਮ ਹੋ ਚੁੱਕੇ ਹਨ। ਥਰਡ ਟੌਪਿਕ ਆਪਣਾ ਆਪਰੇਟਿੰਗ ਸਿਸਟਮ। ਜਿਵੇਂ ਆਪਾਂ ਕੰਪਿਊਟਰ ਸਟਾਰਟ ਕਰਦੇ ਹਾਂ, ਬੱਚੇ ਨੂੰ ਇਹ ਦੱਸਣਾ ਕੀ ਫਾਈਲ ਹਨ, ਕੀ ਫੋਲਡਰਸ ਹਨ, ਕੀ ਆਈਕਨਸ ਹਨ, ਕਿਵੇਂ ਉਸ ਨੂੰ ਆਪਰੇਟ ਕਰਨਾ ਹੈ, ਡਰਾਈਵਸ ਕਿਵੇਂ ਹਨ, ਉਹ ਸਾਰੀਆਂ ਜੋ ਚੀਜ਼ਾਂ ਹੋਣਗੀਆਂ ਇਸ ਥਰਡ ਸੈਕਸ਼ਨ ਦੇ ਵਿੱਚ ਦੱਸੀਆਂ ਜਾਣਗੀਆਂ। ਅਲੱਗ-ਅਲੱਗ ਮਾਈਕਰੋਸੌਫਟ ਵਿੰਡੋ ਨਾਰਮਲੀ ਆਪਾਂ ਮਾਈਕਰੋਸੌਫਟ ਦੇ ਹੀ ਆਪਰੇਟਿੰਗ ਸਿਸਟਮ ਯੂਜ਼ ਕਰਦੇ ਹਨ, ਵੈਸੇ ਬਹੁਤ ਸਾਰੇ ਆਪਰੇਟਿੰਗ ਸਿਸਟਮ ਹੁੰਦੇ ਹਨ, ਉਹ ਵੀ ਨੀਚੇ ਦੱਸੇ ਗਏ ਹਨ। ਬਟ ਜੋ ਜ਼ਿਆਦਾ ਪ੍ਰੈਕਟੀਕਲੀ ਹੋਗਾ ਉਹ ਮਾਈਕਰੋਸੌਫਟ ਵਿੰਡੋਜ਼ ਦੇ ਉੱਤੇ ਹੀ ਕੰਮ ਕਰਦੇ ਹਾਂ। ਆਪਣੇ ਮਤਲਬ ਦੂਜੇ ਜੋ ਆਪਰੇਟਿੰਗ ਸਿਸਟਮ ਹੈ ਉਹ ਨਹੀਂ ਚੱਲਦੇ ਮਾਰਕੀਟ 'ਚ, ਇਸ ਲਈ ਸਾਰੇ ਦਾ ਸਾਰਾ ਮਾਈਕਰੋਸੌਫਟ ਦੇ ਉੱਤੇ ਹੀ ਕੰਮ ਸਿਖਾਇਆ ਜਾਵੇਗਾ। ਇਹ ਥਿਓਰੀ ਸੈਕਸ਼ਨ ਆ ਚੁੱਕਾ ਹੈ। ਮਾਈਕਰੋਸੌਫਟ ਵਿੰਡੋ ਦੇ ਵਰਜ਼ਨ, ਅਲੱਗ-ਅਲੱਗ ਵਰਜ਼ਨ, ਜਿਵੇਂ ਤੁਹਾਨੂੰ ਪਤਾ ਹੈ ਵਿੰਡੋ 98 ਤੋਂ ਚੱਲੇ ਸੀ, ਉਸ ਤੋਂ ਵੀ ਪਹਿਲਾਂ ਡੌਸ ਤੋਂ ਚੱਲੇ ਸੀ, CUI, ਫਿਰ GUI ਆ ਗਏ, ਵਿੰਡੋ 95 ਚੱਲ ਪਿਆ, 98, 2000 ਸਰਵਰਸ ਆ ਗਏ ਬਹੁਤ ਸਾਰੇ। ਉਹ ਤੋਂ ਬਾਅਦ XP ਆ ਗਈ, XP ਤੋਂ ਬਾਅਦ ਵਿੰਡੋ ਵੈਸਟਾ ਸੀ, ਲੌਂਗ ਹਾਰਨ ਸੀ, ਔਰ ਵਿੰਡੋ 7 ਸੀ, ਅੱਜ ਕੱਲ੍ਹ ਵਿੰਡੋ 10 ਚੱਲ ਰਹੀ ਹੈ। ਤਾਂ ਇਹ ਸਾਰੇ ਦਾ ਸਾਰਾ ਜੋ ਹੈ ਇਹ ਥਿਓਰੀ ਪਾਰਟ ਹੈ। ਇਸ ਤੋਂ ਬਾਅਦ ਇਹ ਫਿਰ ਥਿਓਰੀ ਪਾਰਟ ਕੀ ਫਾਈਲ ਦੀ ਡੈਫੀਨੇਸ਼ਨ ਕੀ ਹੈ, ਫੋਲਡਰ ਦੀ ਡੈਫੀਨੇਸ਼ਨ, ਡਰਾਈਵ ਦੀ ਡੈਫੀਨੇਸ਼ਨ। ਇਹ ਡੈਫੀਨੇਸ਼ਨ ਇੱਕ ਲਾਈਨ ਦੀ ਹੋਵੇਗੀ, ਬਟ ਇਸ ਨੂੰ ਫਿਰ ਪ੍ਰੈਕਟੀਕਲ ਕਰਕੇ ਦਿਖਾਇਆ ਜਾਵੇਗਾ ਵੀ ਫੋਲਡਰ ਕਿਵੇਂ ਬਣਦੇ ਹਨ, ਡਰਾਈਵ ਕਿੱਥੇ ਹੁੰਦੀ ਹੈ। ਉਸ ਡਰਾਈਵ ਬਾਰੇ ਇਹ ਪ੍ਰੈਕਟੀਕਲ ਸੈਸ਼ਨ ਹੋ ਗਿਆ ਜੋ ਇਸ ਦੇ ਉੱਤੇ ਹੀ ਬੇਸ ਹੈ। ਨੈਕਸਟ ਸੈਕਸ਼ਨ ਜੋ ਹੈ ਆਪਣਾ ਮਾਈ ਕੰਪਿਊਟਰ। ਬੱਚਿਆਂ ਨੂੰ ਮਾਈ ਕੰਪਿਊਟਰ ਇਹ 6ਵੀਂ ਜੋ ਬੱਚਾ ਕਿਤਾਬ ਪੜ੍ਹਦਾ ਉਸ ਵਿੱਚ ਵੀ ਦੱਸੇ ਗਏ ਹਨ। ਆਈਕਨਸ ਥਿਓਰੀ ਵੀ ਹੈ ਔਰ ਪ੍ਰੈਕਟੀਕਲ ਸੈਕਸ਼ਨ ਦੋਨੋਂ ਹੈ। ਥਿਓਰੀ ਉਸ ਦੀ ਡੈਫੀਨੇਸ਼ਨ ਹੋ ਗਈ ਔਰ ਪ੍ਰੈਕਟੀਕਲ ਸੈਸ਼ਨ ਉਸ ਦੇ ਵਿੱਚ ਦੱਸਿਆ ਜਾਊਗਾ ਵੀ ਕਿਸ ਤਰੀਕੇ ਨਾਲ ਮਾਈ ਕੰਪਿਊਟਰ ਕੀ ਹੈ, ਡਾਕੂਮੈਂਟ ਕੀ ਹੈ, ਵਿੰਡੋ ਅਸੈਸਰੀ ਦੇ ਵੱਖ-ਵੱਖ ਭਾਗ, MS ਪੇਂਟ, ਇਸ ਦਾ ਟੋਟਲ ਪ੍ਰੈਕਟੀਕਲ ਹੋਊਗਾ। ਕਮਾਂਡ ਪ੍ਰੋਂਪਟ, ਥਿਓਰੀ ਤੇ ਪ੍ਰੈਕਟੀਕਲ ਸੈਕਸ਼ਨ ਦੋਨੋਂ ਹੋਣਗੇ। ਵੱਖ-ਵੱਖ ਜੋ ਕਮਾਂਡ ਦੇ ਵਿੱਚ ਕਮਾਂਡਸ ਹੁੰਦੀਆਂ ਹਨ, ਕਮਾਂਡ ਪ੍ਰੋਂਪਟ ਦੇ ਵਿੱਚ ਜੋ ਕਮਾਂਡਸ ਹੁੰਦੀਆਂ ਹਨ ਉਸ ਬਾਰੇ ਪ੍ਰੈਕਟੀਕਲ ਕਰਵਾਇਆ ਜਾਵੇਗਾ। ਕੈਲਕੂਲੇਟਰ ਇਹ ਤੋਂ ਬਹੁਤ ਛੋਟਾ ਟੌਪਿਕ ਹੈ। ਨੋਟਪੈਡ, ਮੇਨ ਐਡੀਟਰ ਆ ਗਿਆ। ਨੋਟਪੈਡ ਤੋਂ ਸ਼ੁਰੂ ਕਰਕੇ ਵੱਡੇ ਉਸ ਤੋਂ ਵੱਡਾ ਵਰਡਪੈਡ ਆ ਗਿਆ, ਫਿਰ MS ਵਰਡ ਅਗਲਾ ਸੈਕਸ਼ਨ ਹੋਊਗਾ। ਇਸ ਤਰੀਕੇ ਨਾਲ ਐਡੀਟਰ ਜੋ ਹੋਊਗਾ, ਐਡੀਟਰ ਦੇ ਵਿੱਚ ਅਲੱਗ-ਅਲੱਗ ਉਸ ਦੇ ਆਪਸ਼ਨਸ ਦੱਸੀਆਂ ਜਾਣਗੀਆਂ ਕਿਵੇਂ ਉਸ ਨੂੰ ਯੂਜ਼ ਕਰਨਾ ਹੈ। ਤਾਂ ਅਗਲਾ ਕੰਟਰੋਲ
ਕੰਟਰੋਲ ਪੈਨਲ ਇਸ ਦੀ ਪ੍ਰੈਕਟੀਕਲੀ ਵੀ ਹੈ। ਕੋਈ ਚੀਜ਼ ਆਪਾਂ ਇੰਸਟਾਲ ਕਰਦੇ ਹਾਂ, ਅਲੱਗ-ਅਲੱਗ ਹਾਰਡਵੇਅਰਸ ਦੀ ਜੋ ਹਾਰਡਵੇਅਰਸ ਕਿਹੜੇ ਕੰਪਿਊਟਰ ਹਾਰਡਵੇਅਰਸ ਇੰਸਟਾਲ ਹਨ, ਉਸਨੂੰ ਕੋਈ ਵੀ ਸੌਫਟਵੇਅਰ ਇੰਸਟਾਲ ਕਰਨਾ, ਅਨਇੰਸਟਾਲ ਕਰਨਾ, ਉਹ ਸਾਰੀਆਂ ਚੀਜ਼ਾਂ ਕੰਟਰੋਲ ਪੈਨਲ ਦੇ ਵਿੱਚ ਹੈ। ਹੋਰ ਤੁਹਾਡਾ ਟਾਈਮ ਸੈਟਿੰਗ ਹੋ ਗਿਆ, ਤੁਹਾਡਾ ਸਾਊਂਡ ਸੈਟਿੰਗ ਹੋ ਗਿਆ, ਜਾਂ ਕੁਛ ਵੀ ਜੋ ਕੰਟਰੋਲ ਪੈਨਲ ਵਿੱਚ ਹੈ ਉਸ ਦੀ ਡਿਟੇਲ ਦੱਸੀ ਜਾਵੇਗੀ ਪ੍ਰੈਕਟੀਕਲੀ। ਡਿਸਕ ਡੀਫਰੈਗਮੈਂਟੇਸ਼ਨ, ਇਹ ਇੱਕ ਛੋਟਾ ਜਿਹਾ ਪਾਰਟ ਹੋਊਗਾ। ਆਪਾਂ ਡਿਸਕ ਨੂੰ ਕਿਵੇਂ ਜੇ ਉਸ ਵਿੱਚ ਖਰਾਬੀ ਆ ਜਾਂਦੀ ਹੈ ਉਸ ਨੂੰ ਠੀਕ ਕਿਵੇਂ ਕਰਨਾ ਹੈ। ਡਿਸਕ ਕਲੀਨਅਪ, ਜੇ ਭਰ ਜਾਵੇ ਟੈਂਪਰਰੀ ਫਾਈਲਸ ਕਿਵੇਂ ਡਿਲੀਟ ਕਰਨਾ ਹੈ। ਰਜਿਸਟਰੀਜ਼ ਬਹੁਤ ਹੀ ਵਿੰਡੋਜ਼ ਦੀ ਜੋ ਮਤਲਬ ਵਿੰਡੋਜ਼ ਬਹੁਤ ਸਾਰੀਆਂ ਰਜਿਸਟਰੀਜ਼ ਫਾਈਲਸ ਹੁੰਦੀਆਂ, ਰਜਿਸਟਰੀ ਰੈਜੈਡਿਟ ਹੁੰਦੀ ਹੈ ਜਿਸ ਦੇ ਵਿੱਚ ਹਰ ਚੀਜ਼ ਇੰਸਟਾਲ ਹੋ ਕੇ ਉਸ ਵਿੱਚ ਜਾਂਦੀ ਹੈ, ਉਸ ਬਾਰੇ ਦੱਸਿਆ ਜਾਵੇਗਾ। ਐਪਲੀਕੇਸ਼ਨ ਮੈਨੇਜਮੈਂਟ, ਕੀ ਚੀਜ਼ ਇੰਸਟਾਲ ਕਿਵੇਂ ਕਰਨਾ ਹੈ, ਰਨਿੰਗ ਐਪਲੀਕੇਸ਼ਨਸ ਕਿਹੜੀਆਂ ਹੈ ਉਸਨੂੰ ਅਨਇੰਸਟਾਲ ਕਿਵੇਂ ਕਰਨਾ ਹੈ, ਇਹ ਸਾਰੇ ਦਾ ਸਾਰਾ ਪ੍ਰੈਕਟੀਕਲ ਸੈਸ਼ਨ ਹੋਵੇਗਾ। ਇਹ ਟੌਪਿਕ ਇੱਥੇ ਖਤਮ ਹੋ ਗਿਆ। ਨੈਕਸਟ ਟੌਪਿਕ ਮਾਈਕਰੋਸਾਫਟ ਵਰਡ। ਇਸ ਕੋਰਸ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਸਟ੍ਰੈਸ ਦੋ ਚੀਜ਼ਾਂ 'ਤੇ ਕੀਤਾ ਗਿਆ ਹੈ, MS ਵਰਡ ਅਤੇ MS ਐਕਸਲ 'ਤੇ, ਕਿਉਂਕਿ ਕਿਸੇ ਵੀ ਕੋਈ ਵੀ ਬੱਚਾ ਜੇ ਕੰਪਿਊਟਰ ਸਿੱਖਦਾ ਹੈ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ। ਜੇ ਉਹ ਇਸ ਨੂੰ ਚੰਗੀ ਤਰ੍ਹਾਂ ਸਿੱਖ ਲੈਂਦਾ ਹੈ ਤਾਂ ਕੋਈ ਵੀ ਦਫ਼ਤਰ ਦੇ ਵਿੱਚ ਜਾਂ ਕੋਈ ਵੀ ਆਪਣਾ ਸਾਈਬਰ ਕੈਫੇ 'ਤੇ ਕੰਮ ਕਰ ਸਕਦਾ ਹੈ, ਆਪਣਾ ਕੰਮ ਕਰ ਸਕਦਾ ਹੈ। ਇਸ ਲਈ ਇਸ ਨੂੰ ਜ਼ਿਆਦਾ ਪ੍ਰੈਕਟੀਕਲੀ ਡਿਟੇਲ ਵਿੱਚ ਬਣਾਇਆ ਗਿਆ। ਸਿਲੇਬਸ ਇਸ ਤਰੀਕੇ ਡਿਜ਼ਾਈਨ ਕੀਤਾ ਗਿਆ ਵੀ ਮਤਲਬ ਹਰ ਚੀਜ਼ ਪ੍ਰੈਕਟੀਕਲ ਤੁਸੀਂ ਦੇਖੋਗੇ। ਸਿਰਫ ਥਿਊਰੀ ਦਾ ਸੈਕਸ਼ਨ ਮੈਂ ਸਿਰਫ ਇੱਕ ਰੱਖਿਆ ਗਾ, ਇਸ ਵਿੱਚ ਸਿਰਫ ਵਰਡ ਦੀ ਡੈਫੀਨੇਸ਼ਨ ਦੱਸ ਦਿੱਤੀ ਜਾਵੇਗੀ। ਉਸ ਤੋਂ ਬਾਅਦ ਸਾਰੇ ਦਾ ਸਾਰਾ ਟੋਟਲੀ ਪ੍ਰੈਕਟੀਕਲੀ ਬੇਸਡ ਹੈ। ਤੁਸੀਂ 0 ਤੋਂ ਲੈ ਕੇ 10 ਤੱਕ 100 ਤੱਕ ਜਿੰਨਾ ਵੀ ਹੈ ਉਹ ਸਾਰਾ ਇਸ ਦੇ ਵਿੱਚ ਸਿਖਾਇਆ ਜਾਵੇਗਾ। ਵੈਸੇ ਕੋਈ ਪਰਫੈਕਟ ਨਹੀਂ ਹੁੰਦਾ, ਬਟ ਪੂਰੀ ਕੋਸ਼ਿਸ਼ ਕੀਤੀ ਹੈ ਵੀ MS ਵਰਡ ਦਾ ਹਰ ਇੱਕ ਟੌਪਿਕ ਇਸ ਵਿੱਚ ਕਵਰ ਕੀਤਾ ਜਾਵੇ। ਕ੍ਰੀਏਟਿੰਗ ਡਾਕੂਮੈਂਟ ਸ਼ੁਰੂ ਚੱਲੇ, ਕਿਵੇਂ ਉਸ ਦਾ ਕ੍ਰੀਏਟ ਕਰਨਾ ਹੈ। ਸਿਲੈਕਟ ਟੈਕਸਟ ਕਰ ਲਿਆ, ਕੱਟ ਕਾਪੀ ਪੇਸਟ ਆ ਗਿਆ, ਅੰਡੂ ਰੀਡੂ ਆ ਗਿਆ, ਫੌਂਟ ਦਾ ਸਾਈਜ਼ ਹੋ ਗਿਆ, ਇਟੈਲਿਕ ਉਸ ਦਾ ਫਿਲ ਕਲਰ ਹੋ ਗਿਆ, ਟੈਕਸਟ ਹਾਈਲਾਈਟ ਕਲਰ ਹੋ ਗਿਆ। ਇਹ ਸਾਰਾ ਕੁਝ ਪ੍ਰੈਕਟੀਕਲੀ ਹੋਵੇਗਾ। ਪੈਰਾਗ੍ਰਾਫ ਹੋ ਗਿਆ, ਬੁਲਟਸ ਨੰਬਰ ਅਲਾਈਨਮੈਂਟਸ ਹੋ ਗਏ, ਉਸ ਤੋਂ ਬਾਅਦ ਪੇਜ ਕਵਰ ਹੋ ਗਿਆ, ਪੇਜ ਬ੍ਰੇਕ ਹੋ ਗਿਆ, ਟੇਬਲ ਇਨਜ਼ਰਟ ਕਰਨਾ ਹੋ ਗਿਆ, ਪਿਕਚਰ ਮਾਈਕਰੋਸਾਫਟ ਵਰਡ ਦੇ ਵਿੱਚ ਪਿਕਚਰਸ ਨਾਲ ਕਿਵੇਂ ਕੰਮ ਕਰਨਾ ਉਸ ਦਾ ਪ੍ਰੈਕਟੀਕਲੀ ਹੋ ਗਿਆ। ਕਮੈਂਟਸ ਕਿਵੇਂ ਲਗਾਉਣੇ ਹੈ, ਉਸਦੇ ਹੈਡਰ ਐਂਡ ਫੁੱਟਰ ਕਿਵੇਂ ਹੋਵੇਗਾ, ਟੈਕਸਟ ਬਾਕਸਸ ਹੋ ਗਏ, ਵਰਡ ਆਰਟ ਹੋ ਗਿਆ, ਡ੍ਰੌਪ ਕੈਪ ਹੋ ਗਿਆ, ਡੇਟ ਐਂਡ ਟਾਈਮ ਹੋ ਗਿਆ। ਇਕੁਏਸ਼ਨ ਯੂਜ਼ ਕਰਨੀ ਹੈ, ਜੋ ਮੈਥ ਦੀ ਇਕੁਏਸ਼ਨ ਹੁੰਦੀ ਹੈ ਉਸ ਦਾ ਪ੍ਰੈਕਟੀਕਲੀ ਸੈਕਸ਼ਨ ਹੋਗਾ। ਵਾਟਰਮਾਰਕ ਦੇਖਿਆ ਹੋਊਗਾ, ਜਿਵੇਂ ਈ ਸਕੂਲ ਕੁਇਜ਼ ਪਿੱਛੇ ਲੱਗਿਆ ਹੋਇਆ ਵਾਟਰਮਾਰਕ, ਕਿਸ ਤਰੀਕੇ ਦਾ ਵਾਟਰਮਾਰਕ ਹੋ ਗਿਆ। ਪੇਜ ਕਲਰ ਹੋ ਗਿਆ, ਪੇਜ ਬਾਰਡਰ ਹੋ ਗਿਆ। ਇਹ ਸਾਰੇ ਦਾ ਸਾਰਾ ਟੋਟਲੀ ਪ੍ਰੈਕਟੀਕਲ ਵੀਡੀਓਜ਼ ਹੋਣਗੀਆਂ ਜਿਸ ਦੇ ਵਿੱਚ ਮੈਂ ਅਸਾਈਨਮੈਂਟ ਤਿਆਰ ਕਰੂੰਗਾ। ਅਸਾਈਨਮੈਂਟ ਤਿਆਰ ਕਰਕੇ ਪ੍ਰੈਕਟੀਕਲੀ ਕਰਕੇ ਦਿਖਾਊਂਗਾ ਵੀ ਇੱਥੇ ਕਲਿੱਕ ਕਰਕੇ ਇਹ ਵਾਲੀ ਚੀਜ਼ ਹੋਏਗੀ, ਇਸ 'ਤੇ ਕਲਿੱਕ ਕਰਕੇ ਇਹ ਵਾਲੀ ਚੀਜ਼ ਹੋਏਗੀ, ਤਾਂ ਜੋ ਵੀਡੀਓ ਨਾਲ ਉਹ ਦੇਖ ਕੇ ਬੱਚਾ ਆਪਣੇ ਕੰਪਿਊਟਰ ਲੈਪਟਾਪ 'ਤੇ ਜਾਂ ਫਿਰ ਜਦੋਂ ਸਕੂਲ ਦੇ ਵਿੱਚ ਲੈਬ ਦੇ ਵਿੱਚ ਉਹ ਉਸ ਦਾ ਪ੍ਰੈਕਟੀਕਲ ਕਰ ਸਕਦਾ ਹੈ। ਇੰਡੈਂਟ ਸਪੇਸਿੰਗ ਹੋ ਗਿਆ। ਇੰਡੈਂਟ ਸਪੇਸਿੰਗ ਤੋਂ ਅਗਲਾ ਤੁਹਾਡਾ ਮੇਲ ਮਰਚ ਹੋ ਗਿਆ, ਰਿਵਿਊ ਪ੍ਰੂਫਿੰਗ ਹੋ ਗਿਆ, ਵਰਡ ਕਾਊਂਟ ਹੋ ਗਿਆ, ਗ੍ਰਾਮਰ ਹੋ ਗਿਆ, ਜੋ ਲਾਲ ਲਾਈਨ ਆ ਜਾਂਦੀ ਹੈ, ਹਰੀ ਲਾਈਨ ਆ ਜਾਂਦੀ ਹੈ ਵਰਡ ਦੇ ਵਿੱਚ। ਰੀਡ ਮੋਡ ਹੋ ਗਿਆ, ਤੁਹਾਡੇ ਵਿਊਜ਼ ਆ ਗਏ ਨੇ, ਵੈਬ ਲੇਆਊਟ ਹੋ ਗਿਆ। ਉਸ ਤੋਂ ਬਾਅਦ ਉਸਨੇ ਜੋ ਪ੍ਰਿੰਟ ਆਊਟ ਕੱਢਣੇ ਹਨ, ਜੋ ਬੱਚਾ ਮਤਲਬ ਸਾਰਾ ਕੁਝ ਕਰਨ ਤੋਂ ਬਾਅਦ ਜੋ ਉਸਨੇ ਪ੍ਰਿੰਟ ਆਊਟ ਉਸਦਾ ਪ੍ਰਿੰਟ ਆਊਟ ਲੈਣਾ ਹੈ, ਕਿਵੇਂ ਪ੍ਰਿੰਟ ਆਊਟ ਨਿਕਲੇਗਾ ਉਸ ਬਾਰੇ ਦੱਸਿਆ ਜਾਵੇਗਾ। ਇੱਥੇ ਸੈਕਸ਼ਨ ਜੋ MS ਵਰਡ ਦਾ ਸੈਕਸ਼ਨ ਹੈ ਉਹ ਖ਼ਤਮ ਹੋ ਗਿਆ ਹੈ। ਇੱਥੋਂ ਸ਼ੁਰੂ ਹੋਇਆ ਸੀ, ਇੱਥੇ ਖ਼ਤਮ ਹੋ ਗਿਆ। ਅਗਲਾ ਸੈਕਸ਼ਨ ਜੋ ਹੈ ਉਹ MS ਐਕਸਲ ਦਾ ਹੈ। ਹਰ ਇੱਕ ਸੈਕਸ਼ਨ ਦੇ ਉੱਤੇ ਮੈਂ ਮਾਰਕ ਦਿੱਤੇ ਹੋਏ ਹੈ ਵੀ ਕਿੰਨੇ ਘੰਟੇ ਦਾ ਉਹ ਕੋਰਸ ਕਵਰ ਕਰ ਸਕਦੇ ਆ। 24 ਆਵਰਸ ਦਾ ਇਹ ਹੋ ਗਿਆ, 24 ਆਵਰ ਦਾ MS ਵਰਡ ਹੋ ਗਿਆ। ਤੁਸੀਂ ਦੇਖ ਸਕਦੇ ਹੋ ਹਰ ਇੱਕ ਦੇ ਪਿੱਛੇ ਆਵਰਸ ਲਿਖੇ ਹੋਏ ਆ, ਕਿਉਂਕਿ ਆਪਾਂ ਨੇ 120 ਘੰਟੇ ਪੂਰੇ ਕਰਨੇ ਹਨ। ਇਸ ਲਈ ਹਰ ਸੈਕਸ਼ਨ ਨੂੰ ਆਵਰਸ ਘੰਟਿਆਂ ਮੁਤਾਬਿਕ ਵੰਡ ਦਿੱਤਾ ਗਿਆ ਹੈ। ਆਪਾਂ ਐਕਸਲ 'ਤੇ ਪਹੁੰਚ ਗਏ ਸੀ। ਐਕਸਲ ਦੇਖੋ, ਐਕਸਲ ਮਾਈਕਰੋਸਾਫਟ ਐਕਸਲ ਐਪਲੀਕੇਸ਼ਨ ਸੌਫਟਵੇਅਰ ਹੈ ਇੱਕ। ਇਹ ਟੋਟਲੀ ਪ੍ਰੈਕਟੀਕਲੀ ਬੇਸਡ ਹੈ। ਇਸ ਵਿੱਚ ਹਰ ਚੀਜ਼ ਪ੍ਰੈਕਟੀਕਲੀ ਹੋਗੀ। ਸਿਰਫ ਇੱਕ ਸੈਕਸ਼ਨ ਹੀ ਮੈਂ ਥਿਊਰੀ ਦਾ ਰੱਖਿਆ ਗਾ ਵੀ ਬਸ ਵੀ ਮਤਲਬ ਸਿਰਫ ਐਕਸਲ ਦੀ ਡੈਫੀਨੇਸ਼ਨ ਹੈ, ਉਹ ਸਿਰਫ ਇਹ ਸੈਕਸ਼ਨ ਹੈ ਜੋ ਬਹੁਤ ਛੋਟਾ ਹੋਊਗਾ। ਬਾਕੀ ਜੋ ਵੀ ਕੁਛ ਹੈ, ਨਵੀਂ ਐਕਸਲ ਫਾइल बनानी है, सेव करनी है, उसमें बंद करना, पहले तो बनी खोलनी, वर्कबुक की है, रोज़ कॉलम, सेल एड्रेस, फार्मूला बार, सिलेक्टिंग, कट कॉपी पेस्ट, मॉडिफाई, रीडू, मॉडिफाई कॉलम रो, इंसर्टिंग, नवे कॉलम दाखिल करना, नवे रोज़ दाखिल करना, उसमें डिलीट करना, ये सारे का सारा
ਪ੍ਰੈਕਟੀਕਲ ਸੈਸ਼ਨ ਹੈ, ਸਾਰੇ ਦਾ ਸਾਰਾ ਪ੍ਰੈਕਟੀਕਲ। ਇੱਕ ਅਸਾਈਨਮੈਂਟ ਹੋਵੇਗੀ, ਉਸ ਅਸਾਈਨਮੈਂਟ ਦੇ ਅਕੋਰਡਿੰਗ ਚੀਜ਼ ਚੱਲੇਗੀ। ਇੱਕ ਪ੍ਰੈਕਟੀਕਲੀ ਐਕਸਲ ਖੋਲ ਕੇ ਉਸ ਵਿੱਚ ਸਾਰਾ ਕੁਝ ਕਿਵੇਂ ਚੀਜ਼ਾਂ ਲਾਗੂ ਕਰਨੀਆਂ ਹੈ ਉਹ ਸਾਰਾ ਇਸ ਵਿੱਚ ਹੋਊਗਾ। ਫਾਰਮੈਟ ਸੈੱਲ ਤੁਹਾਡਾ ਆ ਗਿਆ ਹੈ, ਨੰਬਰ ਆ ਗਿਆ ਕਿਸੇ ਸੈੱਲ ਦੇ ਵਿੱਚ, ਨੰਬਰ ਉਸ ਨੂੰ ਨੰਬਰ ਫਾਰਮੈਟ ਦੇਣਾ, ਕਰੰਸੀ ਅਕਾਊਂਟਿੰਗ ਦੇਣਾ, ਡੇਟ ਐਂਡ ਟਾਈਮ ਦੇਣਾ, ਸਿੰਪਲ ਫਾਰਮੂਲਾ, ਇਹ ਸਿੰਪਲ ਫਾਰਮੂਲਾ, ਪਲੱਸ ਮਾਈਨਸ ਇਹ ਸਿੰਪਲ ਫਾਰਮੂਲਾ ਹੈ, ਆਪਾਂ ਪਲੱਸ ਜੋੜ ਘਟਾਓ ਗੁਣਾ ਭਾਗ ਕਰ ਸਕਦੇ ਹਾਂ। ਅੱਗੇ ਜੋ ਹੋਣਗੇ ਅਗਲੇ ਇਸ ਦੇ ਨਾਲ ਹੀ ਅੱਗੇ ਸੈਕਸ਼ਨ ਹੈ ਜੋ ਡਿਟੇਲ ਫੰਕਸ਼ਨਸ ਵੀ ਹੋਣਗੇ। ਡਾਟਾ ਸੀਰੀਜ਼ ਆਪਣੇ ਆਪ 1 2 3 ਜੋ ਆਪਾਂ ਖਿੱਚਦੇ ਹਾਂ ਉਹ ਆਪਣੇ ਆਪ ਆ ਜਾਂਦਾ ਹੈ। ਸੌਰਟ ਐਂਡ ਫਿਲਟਰ ਲੱਗ ਗਿਆ, ਫਾਈਂਡ ਐਂਡ ਰਿਪਲੇਸ ਆ ਗਿਆ, ਕੰਡੀਸ਼ਨਲ ਫਾਰਮੈਟਿੰਗ, ਇਹ ਪ੍ਰੋਗਰਾਮਿੰਗ ਸੈਕਸ਼ਨ ਥੋੜ੍ਹਾ ਜਿਹਾ ਚੱਲ ਗਿਆ। ਇਸ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਗਰਾਮਿੰਗ ਜਿਹੜੀ ਹੈਗੀ ਉਹ ਆਪਾਂ ਮਤਲਬ ਐਕਸਲ ਦੇ ਵਿੱਚ ਪਾ ਦਿੱਤੀ ਹੈ। ਕੰਡੀਸ਼ਨਲ ਫਾਰਮੈਟਿੰਗ ਆ ਗਿਆ, ਇਹ ਪ੍ਰੋਗਰਾਮਿੰਗ ਸੈਕਸ਼ਨ ਤੁਹਾਡਾ ਸ਼ੁਰੂ ਹੋ ਗਿਆ ਹੈ। ਇਸ ਵਿੱਚ ਥੋੜ੍ਹੀ ਜਿਹੀ ਪ੍ਰੋਗਰਾਮਿੰਗ, ਮੈਥ ਦੇ ਫੰਕਸ਼ਨ, ਸਮ ਫੰਕਸ਼ਨ, ਐਵਰੇਜ ਫੰਕਸ਼ਨ, ਕਾਊਂਟ ਫੰਕਸ਼ਨ, ਉਸ ਤੋਂ ਬਾਅਦ ਲੌਜੀਕਲ ਫੰਕਸ਼ਨ ਆ ਗਿਆ ਤੁਹਾਡਾ, ਇਫ ਫੰਕਸ਼ਨ ਆ ਗਿਆ। ਪ੍ਰੋਗਰਾਮਿੰਗ ਸੈਕਸ਼ਨ ਥੋੜ੍ਹਾ ਹੋ ਗਿਆ। ਟੈਕਸਟ ਦੇ ਨਾਲ ਹੈ, ਟੈਕਸਟ ਨੂੰ ਛੋਟਾ ਕਰਨਾ, ਅੱਪਰ ਕਰਨਾ, ਲੈਂਥ ਕਾਊਂਟ ਕਰਨੀ, ਉਸਦੇ ਲੈਫਟ ਕਰਨਾ, ਰਾਈਟ ਕਰਨਾ, ਟ੍ਰਿਮ ਕਰਨਾ, ਉਸਨੂੰ 2 ਅੱਖਰਾਂ ਨਾਲ ਜੋੜ ਦੇਣਾ, ਡੇਟ ਟਾਈਮ ਨਾਲ, ਮਤਲਬ ਫਾਰਮੂਲੇ ਡੇਟ ਟਾਈਮ ਦੇ। ਲੁੱਕਅਪ ਵੈਲਿਊਜ਼ ਆ ਗਈਆਂ, ਰੈਫਰੈਂਸਿਸ ਆ ਗਿਆ, ਵੀ ਲੁੱਕਅਪ ਆ ਗਿਆ, ਐਚ ਲੁੱਕਅਪ ਆ ਗਿਆ। ਬਹੁਤ ਹੀ ਇੰਪੋਰਟੈਂਟ ਫੰਕਸ਼ਨਸ ਹੈਗੇ ਇਹ। ਇਸ ਫੰਕਸ਼ਨ ਇਹ ਫੰਕਸ਼ਨਸ ਕਰਨ ਨਾਲ ਹੀ ਮਤਲਬ ਕਿ ਕਾਫੀ ਹੱਦ ਤੱਕ ਐਕਸਲ ਦੇ ਵਿੱਚ ਬਹੁਤ ਐਸੀਆਂ ਪ੍ਰੋਬਲਮ ਸੋਲਵ ਹੋ ਜਾਂਦੀਆਂ। ਜੇ ਆਏ ਵਾਲੇ ਸਾਰੇ ਦੇ ਸਾਰੇ ਜੋ ਮਤਲਬ ਇਹ ਫੰਕਸ਼ਨ ਕਰ ਲਿੱਤੇ ਤਾਂ ਕਾਫੀ ਐਕਸਲ ਦੇ ਵਿੱਚ ਮਤਲਬ ਮੁਹਾਰਤ ਹਾਸਿਲ ਹੋ ਸਕਦੀ ਹੈ। ਬਟ ਅੱਗੇ ਡਿਫਾਈਨ ਨੇਮ ਕੋਈ ਐਰੇ ਬਣਾ ਦੇਣਾ, ਉਸ ਦੇ ਉੱਤੇ ਉਸ ਨਾਲ ਕੰਮ ਕਰਨਾ, ਟੈਕਸਟ ਟੂ ਕਾਲਮ ਕਰਨਾ, ਜੇ ਇੱਕ ਕਾਲਮ ਦੇ ਵਿੱਚ ਕੋਈ ਟੈਕਸਟ ਦਿੱਤਾ ਹੋਇਆ ਉਸ ਨੂੰ ਵੱਖਰਾ ਵੱਖਰਾ ਕਰਨਾ। ਵਰਕ ਬੁੱਕਸ ਵਿਊਜ਼ ਆ ਗਏ ਨੇ ਤੁਹਾਡੇ, ਨਾਰਮਲ ਵਿਊ, पेज ब्रेक व्यू, फीस पेन करना, मैक्रोज बनाने। मैक्रोज बहुत ही इंपॉर्टेंट चीज़ है एक्सेल ਦੇ ਵਿੱਚ। ਮੈਕਰੋਜ਼ ਬਣਾ ਕੇ ਤੁਸੀਂ ਬਹੁਤ ਵਧੀਆ ਵਧੀਆ ਮਤਲਬ ਆਪਦੀ ਸ਼ੀਟ ਨੂੰ ਰਿਚ ਕਰ ਸਕਦੇ ਹੋ। ਨੈਕਸਟ ਸੈਕਸ਼ਨ ਤੁਹਾਡਾ ਪ੍ਰਿੰਟਿੰਗ। ਐਕਸਲ ਦੇ ਵਿੱਚ ਪ੍ਰਿੰਟ ਆਊਟ ਕੱਢਣਾ, ਇੱਕ ਵਰਕਬੁੱਕ ਤੁਸੀਂ ਤਿਆਰ ਕਰ ਲਈ, ਫਿਰ ਉਸ ਨੂੰ ਪ੍ਰਿੰਟ ਆਊਟ ਕਰਨਾ। ਕਈ ਵਾਰੀ ਕੀ ਹੁੰਦਾ ਆਪਣੇ ਕੋਲ A4 ਪੇਪਰ ਹੁੰਦੇ ਆ, ਉਸ ਨੂੰ ਲੀਗਲ ਪੇਪਰ ਨਹੀਂ ਹੁੰਦੇ, A4 ਤੇ ਕੱਢਣਾ ਹੈ। ਸਕੇਲਿੰਗ ਹੋ ਗਿਆ ਤੁਹਾਡਾ, ਪੇਜ ਸੈਟਅਪ ਕਿਵੇਂ ਕਰਨਾ, ਲੈਂਡਸਕੇਪ ਤੁਹਾਡਾ ਹੋ ਗਿਆ, ਪੋਰਟਰੇਟ ਹੋ ਗਿਆ, ਪ੍ਰਿੰਟਡ ਸੈਟਅਪ ਹੋ ਗਿਆ। ਇਹ ਸਾਰੇ ਦਾ ਸਾਰਾ ਜੋ ਹੈ ਇਹ ਐਕਸਲ ਦਾ ਪਾਰਟ ਹੈ। ਟੋਟਲੀ ਪ੍ਰੈਕਟੀਕਲ ਬੇਸਡ ਹੈ ਇਹ ਸਾਰੇ ਦਾ ਸਾਰਾ। ਤੁਸੀਂ ਦੇਖੋਗੇ ਇੱਥੋਂ ਸ਼ੁਰੂ ਕੀਤਾ ਆਪਾਂ ਨੇ, ਇੱਥੋਂ ਸ਼ੁਰੂ ਕਰਕੇ ਇੱਥੋਂ ਤੱਕ ਸਾਰੇ ਦਾ ਸਾਰਾ ਟੋਟਲੀ ਪ੍ਰੈਕਟੀਕਲ ਹੈ। ਟੋਟਲੀ ਪ੍ਰੈਕਟੀਕਲ। ਮੈਂ ਇੱਕ ਇੱਕ ਵਰਕਸ਼ੀਟ ਦੇ ਉੱਤੇ ਹਰ ਇੱਕ ਟੌਪਿਕ ਨੂੰ ਪ੍ਰੈਕਟੀਕਲੀ ਕਰਕੇ ਉਸ ਦੀ ਵੀਡੀਓ ਬਣਾਊਂਗਾ ਤਾਂ ਕਿ ਜੋ ਬੱਚਾ ਉਸ ਨੂੰ ਦੇਖ ਕੇ ਇੱਕ ਵਾਰੀ ਜੇ ਉਸਨੇ ਸਮਝ ਨਹੀਂ ਆਇਆ ਦੂਸਰੀ ਵਾਰ ਦੇਖ ਲੈ, ਤੀਸਰੀ ਵਾਰ ਦੇਖ ਲੈ, ਦੇਖ ਕੇ ਇਸ ਦੇ ਵਿੱਚ ਮੁਹਾਰਤ ਹਾਸਿਲ ਕਰ ਲਵੇ। ਨੈਕਸਟ ਸੈਸ਼ਨ ਆਪਣਾ ਪਾਵਰ ਪੁਆਇੰਟ ਆ ਗਿਆ ਹੈ। ਪਾਵਰ ਪੁਆਇੰਟ ਦੇਖ ਸਕਦੇ ਹੋ ਤੁਸੀਂ, ਇਹ ਸਿੰਪਲ ਥਿਓਰੀ ਪਾਰਟ ਆ ਗਿਆ ਹੈ ਆਪਣੇ ਕੋਲ। ਇਹ ਸਿਰਫ ਛੋਟਾ ਜਿਹਾ ਪਾਰਟ ਹੋਗਾ ਥਿਓਰੀ ਪਾਰਟ ਤਾਂ, ਬਟ ਫਿਰ ਇਹ ਪ੍ਰੈਕਟੀਕਲੀ ਫਿਰ ਸ਼ੁਰੂ ਕਰ ਦਿੱਤਾ ਹੈ। ਇਹ ਟੋਟਲੀ ਪ੍ਰੈਕਟਿਕ ਕਿਵੇਂ ਉਸ ਨੂੰ ਕ੍ਰੀਏਟ ਕਰਨਾ ਹੈ। ਨਵੀਂ ਸਲਾਈਡ ਲੇਆਊਟ ਹੋ ਗਏ ਤੁਹਾਡੇ, ਡਰਾਇੰਗ ਸ਼ੇਪਸ ਬਣਾਉਣੀਆਂ, ਡਿਫਰੈਂਟ ਵਿਊਜ਼ ਹੋ ਗਏ ਨੇ, ਇਮੇਜਿਸ ਇੰਸਰਟ ਕਰਨੀਆਂ, ਉਸ ਦੇ ਵਿੱਚ ਵੀਡੀਓ ਇੰਸਰਟ ਕਰਨੀਆਂ, ਉਸ ਵਿੱਚ ਆਡੀਓ ਇੰਸਰਟ ਕਰਨੀਆਂ, ਅਲੱਗ-ਅਲੱਗ ਥੀਮਸ ਹੋ ਗਏ ਉਸ ਦੇ ਉੱਤੇ ਟ੍ਰਾਂਜੀਸ਼ਨਸ ਅਪਲਾਈ ਕਰਨੀਆਂ, ਐਨੀਮੇਸ਼ਨ ਅਪਲਾਈ ਕਰਨੀਆਂ। ਇਹ ਟੋਟਲੀ ਪ੍ਰੈਕਟੀਕਲ ਬੇਸਡ ਹੈ। ਇੱਕ ਪ੍ਰੈਜੈਂਟੇਸ਼ਨ ਲੈ ਕੇ ਉਸ ਨੂੰ ਇੱਕ ਅਸਾਈਨਮੈਂਟ ਦੇ ਰੂਪ ਵਿੱਚ ਇੱਕ ਪ੍ਰੋਬਲਮ ਦੱਸੀ ਜਾਵੇਗੀ ਵੀ ਇਹ ਆਪਣੇ ਕੋਲ ਪ੍ਰੋਬਲਮ ਹੈ। ਉਸ ਪ੍ਰੋਬਲਮ ਨੂੰ ਸਟੈਪ ਬਾਏ ਸਟੈਪ ਸੋਲਵ ਕੀਤਾ ਜਾਵੇਗਾ। ਉਹ ਸਟੈਪ ਬਾਏ ਸਟੈਪ ਸੋਲਵ ਕਰਦੇ ਇਹ ਸਾਰੇ ਦੇ ਸਾਰੇ ਜੋ ਹੋਣਗੇ ਆਪਣੇ ਫੰਕਸ਼ਨ ਸਾਰੇ ਦੇ ਸਾਰੇ ਜੋ ਟੌਪਿਕ ਹੋਣਗੇ ਉਹ ਕਵਰ ਕਰ ਦਿੱਤੇ ਜਾਣਗੇ। ਨੈਕਸਟ ਸੈਕਸ਼ਨ ਕੁਝ ਡਾਟਾਬੇਸ ਦਾ ਇਸ ਦੇ ਵਿੱਚ ਪਾ ਦਿੱਤਾ ਹੈ। ਡਾਟਾਬੇਸ ਮੈਨੇਜਮੈਂਟ ਸਿਸਟਮ ਆ ਗਿਆ। ਥਿਓਰੀ ਪਾਰਟ ਹੈ, ਟੋਟਲੀ ਥਿਓਰੀ ਪਾਰਟ ਹੈ। ਡਾਟਾ ਕੀ ਹੁੰਦਾ, ਇਨਫੋਰਮੇਸ਼ਨ, ਡਾਟਾ ਟਾਈਪਸ ਕੀ ਹੁੰਦੇ, ਰਿਕਾਰਡ ਫਾਈਲਸ ਕੀ ਹੈ। ਇਹ ਦੋਨੋਂ ਜੋ ਹੈ ਇਹ ਦੋਨੋਂ ਦੇ ਦੋਨੋਂ ਥਿਓਰੀ ਸੈਕਸ਼ਨ ਹੈ। ਇਹ ਦੋਨੋਂ ਥਿਓਰੀ ਸੈਕਸ਼ਨ ਹੈ। ਉਸ ਤੋਂ ਅੱਗੇ ਪ੍ਰੈਕਟੀਕਲ ਡਾਟਾਬੇਸ ਕਿਵੇਂ ਕ੍ਰੀਏਟ ਕਰਨਾ ਹੈ, MS ਐਕਸੈਸ ਨਾਲ ਜਾਣ ਪਛਾਣ ਹੋ ਗਿਆ। ਫਾਰਮ ਕਿਵੇਂ ਬਿਲਡ ਕਰਨੇ ਹੈ, ਬਲੈਂਕ ਫਾਰਮ ਕਿਵੇਂ ਹੈ ਉਹ ਤਿਆਰ ਕਰਨਾ। ਰਿਪੋਰਟਸ ਫਾਰਮ ਤੋਂ ਰਿਪੋਰਟਸ ਤਿਆਰ ਕਰਨੇ ਆ, ਟੇਬਲਸ ਤਿਆਰ ਕਰਨੇ, ਟੇਬਲਸ ਤੋਂ ਫਾਰਮ ਬਣ ਜਾਣਗੇ, ਫਾਰਮ ਤੋਂ ਰਿਪੋਰਟਸ ਬਣ ਜਾਣਗੀਆਂ। ਫਿਰ ਉਸ ਤੋਂ ਦੋ ਵੱਖਰੇ ਟੇਬਲ ਤੋਂ ਇੱਕ ਕਿਊਰੀਜ਼ ਅਪਲਾਈ ਕਰਨੀ। ਇਹ ਡਾਟਾਬੇਸ ਦਾ ਜੋ ਬੇਸਿਕ MS ਐਕਸੈਸ ਹੈ ਉਹ ਇਸ ਵਿੱਚ ਟੋਟਲੀ ਪ੍ਰੈਕਟੀਕਲ ਹੋਵੇਗਾ। ਕੋਈ ਇੱਕ ਪ੍ਰੋਬਲਮ ਲੈ ਕੇ ਉਸ ਨੂੰ ਸਟੈਪ ਬਾਏ ਸਟੈਪ ਸਮਝਾਇਆ ਜਾਵੇਗਾ। ਇਹ ਲਾਸਟ ਸੈਕਸ਼ਨ ਤੁਹਾਡਾ ਇੰਟਰਨੈਟ, ਵਰਕਿੰਗ ਔਨ ਇੰਟਰਨੈਟ। ਇਹ ਥੋੜਾ ਸਾ ਇਹਦਾ ਜੋ ਹੈ ਥਿਓਰੀ ਸੈਕਸ਼ਨ ਹੈ।
ਬਰਾਊਜ਼ਰ ਕੀ ਹੁੰਦੇ ਹਨ, ਬਰਾਊਜ਼ਰ ਦੀ ਸੈਟਿੰਗਸ ਕੀ ਹੁੰਦੀਆਂ ਹਨ, ਕੋਈ ਚੀਜ਼ ਆਪਾਂ ਡਾਊਨਲੋਡ ਕਰਦੇ ਹਾਂ ਕਿੱਥੇ ਚਲਾ ਜਾਂਦਾ ਉਸ ਨੂੰ ਸੈੱਟ ਕਰਨਾ। WW ਥਿਊਰੀ ਸੈਕਸ਼ਨ ਆ ਗਿਆ, ਸਰਚ ਇੰਜਨ ਤੁਹਾਡਾ ਗੂਗਲ ਹੋ ਗਿਆ, ਯਾਹੂ ਹੋ ਗਿਆ, ਬਿੰਗ ਹੋ ਗਿਆ, ਇਸ ਬਾਰੇ ਦੱਸਿਆ ਜਾਵੇਗਾ। ਕ੍ਰੀਏਟਿੰਗ ਈਮੇਲ ਆਈਡੀ ਹੋ ਗਈ, ਬੱਚਿਆਂ ਨੂੰ ਈਮੇਲ ਆਈਡੀ ਕਿਵੇਂ ਬਣਾਉਣੀ ਹੈ ਉਹ ਦੱਸਿਆ ਜਾਏਗਾ। ਜੀਮੇਲ ਤੇ ਵੱਖ-ਵੱਖ ਪਲੇਟਫਾਰਮ ਤੇ ਸਾਈਨ ਅਪ ਸਾਈਨ ਇਨ ਇਸ ਬਾਰੇ ਸਮਝਾਇਆ ਜਾਵੇਗਾ। ਫਿਰ ਉਸ ਤੋਂ ਬਾਅਦ ਉਹ ਈਮੇਲ ਕ੍ਰੀਏਟ ਕਰਕੇ ਸੈਂਡ ਕਿਵੇਂ ਕਰਨੀ ਹੈ, ਰਿਸੀਵ ਕਿਵੇਂ ਕਰਨੀ ਹੈ, ਅਪਲੋਡਿੰਗ ਕੀ ਕਰਨੀ ਹੈ ਕਿਵੇਂ ਕਰਨੀ ਹੈ, ਡਾਊਨਲੋਡਿੰਗ ਕਿਵੇਂ ਕਰਨੀ ਹੈ ਈਮੇਲ ਦੇ ਵਿੱਚ। ਡਾਊਨਲੋਡਿੰਗ ਕੁਛ ਫਰੀਵੇਅਰ ਸੌਫਟਵੇਅਰ ਹੁੰਦੇ ਆ ਜੋ ਆਪਾਂ ਨੂੰ ਇੰਟਰਨੈਟ ਤੋਂ ਮਿਲ ਜਾਂਦੇ ਹਨ, ਆਪਾਂ ਡਾਊਨਲੋਡ ਕਰ ਸਕਦੇ ਹਾਂ। ਉਸ ਬਾਰੇ ਦੱਸਿਆ ਜਾਵੇਗਾ ਕਿਵੇਂ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, URL ਥੋੜ੍ਹਾ ਥਿਊਰੀ ਪਾਰਟ ਆ ਗਿਆ, ਡੋਮੇਨ ਨੇਮ ਥੋੜ੍ਹਾ ਥਿਊਰੀ ਪਾਰਟ ਆ ਗਿਆ, ਬਟ ਪ੍ਰੈਕਟੀਕਲੀ ਵੀ ਇਸ ਨੂੰ ਕਰਵਾ ਦਿੱਤਾ ਜਾਵੇਗਾ। ਵੈਬਸਾਈਟ ਯੂਜ਼ਿੰਗ ਵੈਬਸਾਈਟ ਪ੍ਰੈਕਟੀਕਲ ਵੱਖ-ਵੱਖ ਵੈਬਸਾਈਟ ਵਿਜ਼ਿਟ ਕਰਕੇ ਦਿਖਾਇਆ ਜਾਵੇਗਾ ਕਿਵੇਂ ਵੈਬਸਾਈਟ ਆ ਗਿਆ ਤੁਹਾਡਾ। ਲਾਸਟ ਟੌਪਿਕ ਹੈ HTML। HTML ਬਹੁਤ ਵੱਡਾ ਟੌਪਿਕ ਹੈ, ਬਟ ਇਸ ਨੂੰ ਕਵਰ ਕੀਤਾ ਜਾਵੇਗਾ। ਡਿਫਰੈਂਟ ਬਹੁਤ ਸਾਰੇ ਟੈਗਸ ਹਨ, ਉਹ ਸਾਰੇ ਦੇ ਸਾਰੇ ਟੈਗਸ ਦੱਸੇ ਜਾਣਗੇ। ਇੱਥੇ ਮੈਂ ਮੈਂਸ਼ਨ ਨਹੀਂ ਕੀਤੇ ਕਿਉਂਕਿ ਜੇ ਉਹ ਮੈਂ ਮੈਂਸ਼ਨ ਕਰਦਾ ਤਾਂ ਉਹ ਕਾਫੀ ਵੱਡਾ ਹੋ ਜਾਂਦਾ। ਉਹਦੇ ਵਿੱਚ ਆਪਣੇ ਕੰਟੇਨਰ ਟੈਗ ਹੋ ਗਏ, ਐਮਪਟੀ ਟੈਗ ਹੋ ਗਏ, ਬਹੁਤ ਸਾਰੇ ਟੈਗ ਹਨ। ਉਹ ਡਿਟੇਲਡ ਉਹ ਪੂਰਾ ਇੱਕ ਸੈਕਸ਼ਨ, ਪੂਰੀ ਇੱਕ ਵੀਡੀਓ ਜੋ ਹੋਊਗੀ, ਇੱਕ ਨਹੀਂ 4-5 ਵੀਡੀਓਜ਼ HTML ਦੇ ਉੱਤੇ ਬਣਾ ਦੇਵਾਂਗੇ। ਮਤਲਬ ਟੋਟਲੀ ਜਿੰਨੇ ਵੀ ਜੋ ਟੈਗਸ ਹੈ ਉਹ ਸਾਰੇ ਟੈਗਸ ਇਸ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਿਰ ਉਸ ਨੂੰ ਇੱਕ ਐਜ਼ ਏ ਵੈਬਸਾਈਟ ਦੇ ਫਾਰਮ ਦੇ ਵਿੱਚ ਫਾਰਮ ਕਰ ਦਿੱਤਾ ਜਾਵੇਗਾ। ਸੋ ਇਹ ਜੋ ਸਿਲੇਬਸ ਸੀ, ਇਹ ਜੋ ਆਪਾਂ ਨੇ ਸਿਲੇਬਸ ਤਿਆਰ ਕੀਤਾ 120 ਘੰਟੇ ਦਾ ਕੰਪਿਊਟਰ ਕੋਰਸ ਹੈ। ਉਮੀਦ ਹੈ ਤੁਹਾਨੂੰ ਇਹ ਸਿਲੇਬਸ ਪਸੰਦ ਆਏਗਾ ਅਤੇ ਵੱਧ ਤੋਂ ਵੱਧ ਬੱਚੇ ਇਸ ਵਿੱਚ ਪਾਰਟੀਸਪੇਟ ਕਰਨ ਤਾਂ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ। ਇੱਕ ਵਾਰੀ ਫਿਰ ਮੈਂ ਦੱਸਦਾ, ਇਸ ਕੋਰਸ ਵਾਸਤੇ ਕਿਸੇ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਇਹ ਸਿਰਫ ਬੱਚਿਆਂ ਦੇ ਗਿਆਨ ਦੇ ਵਿੱਚ ਵਾਧਾ ਕਰਨ ਵਾਸਤੇ ਹੀ ਕੋਰਸ ਬਣਾਇਆ ਗਿਆ ਹੈ, ਤਾਂ ਜੋ ਬੱਚੇ ਇਸ ਨੂੰ ਸਿੱਖ ਕੇ ਆਪਣਾ ਕੰਮ ਕਰ ਸਕਣ, ਜਾਂ ਕਿਤੇ ਕੱਲ੍ਹ ਨੂੰ ਜੇ ਉਸਨੇ ਨੌਕਰੀ ਲੈਣੀ ਹੈ, ਨੌਕਰੀ ਲੈ ਸਕਦਾ ਹੈ। ਤਾਂ ਉਸ ਵਿੱਚ ਤੁਸੀਂ ਦੇਖਿਆ ਹੋਊਗਾ ਜੋ ਅੱਜ ਕੱਲ੍ਹ ਕੋਈ ਵੀ ਐਡਵਰਟਾਈਜ਼ਮੈਂਟ ਆਉਂਦੀ ਹੈ ਤਾਂ ਉਹ ਤਕਰੀਬਨ ਗ੍ਰੈਜੂਏਸ਼ਨ ਅਤੇ 120 ਘੰਟੇ ਦਾ ਕੋਰਸ ਮੰਗਦੇ ਹੈ। ਜੇ ਤੁਸੀਂ ਆਹ ਕੋਰਸ 10ਵੀਂ 'ਚ ਹੀ ਕਰ ਲਓਗੇ ਤਾਂ ਗ੍ਰੈਜੂਏਸ਼ਨ ਤੱਕ ਪਹੁੰਚਦੇ ਤੁਸੀਂ ਉਸ ਦੇ ਵਿੱਚ ਮੁਹਾਰਤ ਹਾਸਿਲ ਕਰ ਲਓਗੇ ਅਤੇ ਤੁਹਾਨੂੰ ਇੱਕ ਸਰਟੀਫਿਕੇਟ ਮਿਲ ਜਾਵੇਗਾ। ਇਸ ਦੇ ਨਾਲ ਹੀ ਮਤਲਬ ਤੁਹਾਨੂੰ ਜ਼ਰੂਰਤ ਨਹੀਂ ਹੈ ਵੀ ਕਿਸੇ ਪ੍ਰਾਈਵੇਟ ਇੰਸਟੀਚਿਊਟ 3-4 ਹਜ਼ਾਰ ਰੁਪਏ ਖਰਚ ਕਰਨ ਦੀ। ਤਾਂ ਇਹ ਇੱਕ ਵਧੀਆ ਵੈਲਫੇਅਰ ਬੱਚਿਆਂ ਦੀ ਵੈਲਫੇਅਰ ਵਾਸਤੇ ਕੋਰਸ ਸ਼ੁਰੂ ਕੀਤਾ ਗਿਆ ਹੈ। ਉਮੀਦ ਹੈ ਤੁਹਾਨੂੰ ਜੋ ਇਹ ਵੀਡੀਓ ਹੈ ਪਸੰਦ ਆਵੇਗੀ। ਇਹ ਜੋ ਕੋਰਸ ਹੈ ਮਿਤੀ 5 ਸਤੰਬਰ 2020 ਅਧਿਆਪਕ ਦਿਵਸ ਦੇ ਮੌਕੇ 'ਤੇ ਲਾਂਚ ਇਸ ਨੂੰ ਕਰ ਦਿੱਤਾ ਜਾਵੇਗਾ। ਅਤੇ ਧੰਨਵਾਦ।